ਉਸ ਤੋਂ ਇਲਾਵਾ 2 ਸਾਲਾਂ ਤੋਂ ਕਰੋਨਾ ਕਰਕੇ ਇਹ ਇਵੈਂਟ ਜਿਹੜਾ ਹੈ ਨਹੀਂ ਹੋ ਸਕਿਆ ਤੇ ਲੋਕਾਂ ਵਿੱਚ ਹਮੇਸ਼ਾ ਇਹਦੇ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਰਹਿੰਦਾ ਹੈ। ਹਰ ਸਾਲ ਬੁੱਕ ਫੇਅਰ ਹੁੰਦਾ ਰਿਹਾ ਹੈ, ਇਸ ਸਾਲ ਅਸੀਂ ਲਿਟਰੇਚਰ ਫੈਸਟੀਵਲ ਕਰ ਰਹੇ ਹਾਂ। ਸੋ ਉਹਦੇ ਵਿੱਚ ਬਹੁਤ ਹੀ ਮਹਾਨ ਸ਼ਖਸੀਅਤਾਂ ਨੇ, ਜਿਵੇਂ ਸੁਰਜੀਤ ਪਾਤਰ ਜੀ ਹੈ ਤੇ ਹੋਰ ਵੀ ਬਹੁਤ ਸਾਰੇ ਲੋਕ ਨੇ। ਇਸ ਵਿੱਚ ਅਸੀਂ ਇੱਕ ਕਮੇਟੀ ਬਣਾਈ ਸੀਗੀ, ਜਿਸ ਕਮੇਟੀ ਦਾ ਬੇਸਿਕ ਕੰਮ ਹੈ ਕਿ ਉਹ ਸੇਫਟੀ ਸਾਰੇ ਪੈਰਾਮੀਟਰਸ ਹੈ ਉਹਨਾਂ ਨੂੰ ਇੰਸ਼ੋਰ ਕਰ ਲੈਣ। ਸਾਨੂੰ ਇਹ ਪੀਸਫੁਲ ਤਰੀਕੇ ਦੇ ਨਾਲ ਇਹ ਪ੍ਰੋਗਰਾਮ ਕਰਨ ਦੇ ਵਿੱਚ ਪਬਲਿਕ ਦੀ ਬਹੁਤ ਜ਼ਿਆਦਾ ਕੋਆਪਰੇਸ਼ਨ ਦੀ ਲੋੜ ਹੈ। ਤਾਂ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ ਹਰ ਸਾਲ ਜਿਹੜਾ ਫਰੀਦਕੋਟ ਦੇ ਵਿੱਚ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ। ਤਾਂ ਗੱਲ ਕਰੀਏ ਪਿਛਲੇ 2 ਸਾਲ ਦੀ, ਤਾਂ 2 ਸਾਲ ਕਰੋਨਾ ਕਾਲ ਦੇ ਦੌਰਾਨ ਜਿਹੜਾ ਇਹ ਆਗਮਨ ਪੁਰਬ ਨਹੀਂ ਮਨਾਇਆ ਗਿਆ ਸੀਗਾ, ਕਿਉਂਕਿ ਜਿਹੜੀਆਂ ਸਰਕਾਰਾਂ ਦੀਆਂ ਹਦਾਇਤਾਂ ਸੀਗੀਆਂ, ਗੈਦਰਿੰਗ ਜਿਹੜੀ ਨਹੀਂ ਹੋ ਸਕਦੀ ਸੀਗੀ। ਤਾਂ ਇਸ ਵਾਰ ਫਿਰ ਜਿਹੜਾ ਹੈਗਾ ਬਾਬਾ ਫਰੀਦ ਜੀ ਦਾ ਜਿਹੜਾ ਆਗਮਨ ਪੁਰਬ ਹੈ ਬੜੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਅਤੇ ਸਾਡੇ ਨਾਲ ਡਿਪਟੀ ਕਮਿਸ਼ਨਰ ਨੇ ਡਾਕਟਰ ਰੂਹੀ ਦੁੱਗ ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ। ਹਾਂਜੀ, ਧੰਨਵਾਦ ਜੀ। ਮੈਡਮ ਜੀ, ਸਭ ਤੋਂ ਵੱਡੀ ਗੱਲ ਤਾਂ ਇਹ ਦੇਖਣ ਨੂੰ ਮਿਲੀ ਹੈ ਬੜਾ, ਕਿਉਂਕਿ ਜਿਹੜਾ ਸਰਕਾਰੀ ਤੌਰ 'ਤੇ ਤਾਂ ਤੁਸੀਂ ਜਿਹੜਾ ਵਧੀਆ ਜਾਣੀ ਕਿ ਤਰੀਕੇ ਨਾਲ ਮਨਾ ਰਹੇ ਹੋ, ਪਰ ਨਿੱਜੀ ਤੌਰ 'ਤੇ ਜਿਹੜਾ ਪਹਿਲੀ ਵਾਰ ਹੋਇਆ ਕਿ ਤੁਸੀਂ ਜ਼ਿਲ੍ਹੇ ਦੇ 50 ਸਾਲ ਪੂਰੇ ਹੋ ਰਹੇ ਹੈ ਅਤੇ ਉਸ ਤੋਂ ਇਲਾਵਾ 2 ਸਾਲਾਂ ਤੋਂ ਕਰੋਨਾ ਕਰਕੇ ਇਹ ਇਵੈਂਟ ਜਿਹੜਾ ਹੈ ਨਹੀਂ ਹੋ ਸਕਿਆ ਅਤੇ ਲੋਕਾਂ ਵਿੱਚ ਹਮੇਸ਼ਾ ਇਹਦੇ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਰਹਿੰਦਾ ਹੈ। ਸੋ ਉਸ ਚੀਜ਼ ਨੂੰ ਦੇਖਦੇ ਹੋਏ ਅਸੀਂ ਇਹ ਸੋਚਿਆ ਕਿ ਜਿਹੜਾ ਪ੍ਰੋਗਰਾਮ ਹੈ ਜੋ 2 ਸਾਲਾਂ ਬਾਅਦ ਆਗਮਨ ਪੁਰਬ ਕਰ ਰਹੇ ਤਾਂ ਉਹਨੂੰ ਵਧੀਆ ਤਰੀਕੇ ਦੇ ਨਾਲ ਕਰਵਾਇਆ ਜਾਵੇ। ਮੈਡਮ, ਕਿਸ ਤਰੀਕੇ ਦਾ, ਜੇਕਰ 2019 ਦੀ ਗੱਲ ਕਰੀਏ, 2019 ਦੇ ਵਿੱਚ ਇਸ ਤਰੀਕੇ ਦਾ ਜਿਹੜਾ 7 ਤੋਂ 8 ਦਿਨ ਦਾ ਜਿਹੜਾ ਮੇਲਾ ਮਨਾਇਆ ਗਿਆ ਸੀ ਅਤੇ ਹੁਣ ਫਿਰ ਮਨਾਇਆ ਜਾ ਰਿਹਾ, ਜਿਹੜਾ ਹੁਣ ਤੁਸੀਂ ਦੱਸਿਆ ਕਿ 18 ਤੋਂ 19 ਤਰੀਕ ਨੂੰ ਸ਼ੁਰੂ ਹੋਣ ਜਾ ਰਿਹਾ, ਅਤੇ ਕੀ ਕੁਝ ਵੇਖਣ ਨੂੰ ਮਿਲੇਗਾ ਉੱਥੇ? ਆਗਮਨ ਪੁਰਬ ਦੀ ਜਿਹੜੀ ਸ਼ੁਰੂਆਤ ਹੈ ਉਹ 19 ਤਰੀਕ ਨੂੰ ਸੁਖਮਨੀ ਸਾਹਿਬ ਦੇ ਪਾਠ ਤੋਂ ਹੋਣੀ ਹੈ ਅਤੇ ਉਹ ਪ੍ਰੋਗਰਾਮ ਜਿਹੜਾ ਹੈ ਟਿੱਲਾ ਬਾਬਾ ਫਰੀਦ ਵਿੱਚ ਅਤੇ ਗੋਦੜੀ ਸਾਹਿਬ ਵਿੱਚ ਚੱਲੇਗਾ। ਉਸ ਤੋਂ ਇਲਾਵਾ ਇਸ ਵਾਰ ਅਸੀਂ ਇੱਕ ਕਰਾਫਟ ਮੇਲਾ ਲਗਾ ਰਹੇ ਹਾਂ, ਜਿਸ ਵਿੱਚ 200 ਤੋਂ ਵੱਧ ਸਟਾਲਸ ਹੋਣਗੀਆਂ, ਆਰਟੀਜ਼ਨਸ ਹੋਣਗੇ ਜਿਹੜੇ ਵੱਖਰੀ ਸਟੇਟਸ ਤੋਂ ਆ ਰਹੇ ਹੈ। ਸੋ ਇਹ ਜਿਹੜਾ ਇੱਕ ਅਸੀਂ ਸਪੈਸ਼ਲ ਇੱਕ ਇਸ ਵਾਰੀ ਵੈਂਚਰ ਕੀਤਾ ਹੈ, ਸਪੈਸ਼ਲ ਇਨੀਸ਼ੀਏਟਿਵ ਲਿਆ ਹੈ ਕਿ ਅਸੀਂ ਜਿਹੜਾ ਇਹ ਮੇਲਾ ਹੈ ਇਹਨੂੰ ਨੈਸ਼ਨਲ ਲੈਵਲ 'ਤੇ ਲੈ ਗਏ ਹਾਂ। ਵੱਖਰੀਆਂ ਸਟੇਟਸ ਤੋਂ ਲੋਕਾਂ ਨੂੰ ਲੈ ਕੇ ਆ ਰਹੇ ਹਾਂ ਅਤੇ ਉਹ ਆ ਕੇ ਆਪਣੇ ਜਿਹੜੇ ਸਟੇਟ ਦੀ ਸਪੈਸ਼ਲਿਟੀ ਹੈ ਉਹਨੂੰ ਇੱਥੇ ਦਿਖਾਉਣਗੇ ਅਤੇ ਫਰੀਦਕੋਟ ਨੂੰ ਜਿਹੜਾ ਹੈ ਉਹ ਨੈਸ਼ਨਲ ਮੈਪ 'ਤੇ ਲੈ ਕੇ ਜਾਣਗੇ। ਇਸ ਤੋਂ ਇਲਾਵਾ ਹਰ ਸਾਲ ਬੁੱਕ ਫੇਅਰ ਹੁੰਦਾ ਰਿਹਾ ਹੈ, ਇਸ ਸਾਲ ਅਸੀਂ ਲਿਟਰੇਚਰ ਫੈਸਟੀਵਲ ਕਰ ਰਹੇ ਹਾਂ। ਸੋ ਉਹਦੇ ਵਿੱਚ ਬਹੁਤ ਹੀ ਮਹਾਨ ਸ਼ਖਸੀਅਤਾਂ ਨੇ, ਜਿਵੇਂ ਸੁਰਜੀਤ ਪਾਤਰ ਜੀ ਹੈ ਅਤੇ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਅਸੀਂ ਬੁਲਾ ਰਹੇ ਹਾਂ। ਕਵੀ ਦਰਬਾਰ ਹੋਣਗੇ ਤਾਂ ਹੋਰ ਐਕਟੀਵਿਟੀਜ਼ ਵੀ ਜਿਹੜੀਆਂ ਹੈ ਉਹ ਬਹੁਤ ਵੱਡੇ ਪੱਧਰ 'ਤੇ ਹੋ ਰਹੀਆਂ ਨੇ। ਮੈਡਮ, ਇਸ ਵਾਰ ਸੂਫੀ ਗਾਇਕ ਆ ਜਿਹੜੇ ਉਹ ਵੀ ਉੱਥੇ ਜਿਹੜਾ ਕਰਾਫਟ ਮੇਲਾ ਜਿੱਥੇ ਲੱਗ ਰਿਹਾ ਦਾਣਾ ਮੰਡੀ ਦੇ ਵਿੱਚ, ਉੱਥੇ ਹੀ ਸਾਰੇ ਪ੍ਰੋਗਰਾਮ ਹੋਣੇ ਆ, ਉਹ ਕਿਸ ਤਰੀਕੇ ਦੇ ਹੋਣਗੇ? ਜੀ, ਅਸੀਂ ਕੋਸ਼ਿਸ਼ ਇਹ ਕੀਤੀ ਹੈ ਕਿ ਸਾਰਾ ਇਵੈਂਟ ਜਿਹੜਾ ਹੈ ਉਹ ਜਿਵੇਂ ਮੇਲਾ ਹੁੰਦਾ ਤਾਂ ਮੇਲੇ ਵਿੱਚ ਇੱਕ ਥਾਂ 'ਤੇ ਹੀ ਤੁਹਾਨੂੰ ਹਰ ਚੀਜ਼ ਮਿਲਦੀ ਹੈ, ਚਾਹੇ ਖਾਣ ਪੀਣ ਦੀ ਚੀਜ਼ ਹੋਵੇ, ਖਰੀਦਣ ਦੀ ਚੀਜ਼ ਹੋਵੇ, ਗਾਉਣ ਦੇ ਉੱਥੇ ਚੀਜ਼ਾਂ ਹੋਣ ਜਾਂ ਕੋਈ ਵੀ ਹੋਰ ਤਰ੍ਹਾਂ ਦੇ ਮੁਕਾਬਲੇ ਹੈ, ਛੋਟੇ ਕੰਪੀਟੀਸ਼ਨਸ ਅਸੀਂ ਰੱਖੇ ਹੋਏ ਹੈ, ਚਾਹੇ ਉਹ ਵੱਡੇ ਹੈ ਚਾਹੇ ਬੱਚੇ ਹੈ, ਸਾਰਿਆਂ ਵਾਸਤੇ ਕੋਈ ਨਾ ਕੋਈ ਕੰਪੀਟੀਸ਼ਨਸ ਹੈ ਜਾਂ ਅਮਿਊਜ਼ਮੈਂਟ ਪਾਰਕ ਹੈ ਬਣਾਇਆ। ਸੋ ਇਹ ਸਾਰੀਆਂ ਐਕਟੀਵਿਟੀ ਸਾਡਾ ਮਕਸਦ ਇਹ ਸੀ ਕਿ ਇੱਕੋ ਹੀ ਥਾਂ 'ਤੇ ਹੋਵੇ ਅਤੇ ਲੋਕਾਂ ਨੂੰ ਜਿਹੜੇ ਮੇਲੇ ਦੀ ਫੀਲਿੰਗ ਹੈ ਉਹ ਉੱਥੇ ਆਵੇ, ਜਿਸ ਵਿੱਚ ਜਿਹੜੇ ਸਾਡੇ ਸੂਫੀ ਨਾਈਟਸ ਹੈ, ਹਰ ਸ਼ਾਮ ਨੂੰ ਕੋਈ ਅਸੀਂ ਇੱਕ ਸੱਭਿਆਚਾਰਕ ਪ੍ਰੋਗਰਾਮ ਰੱਖ ਰਹੇ ਹਾਂ। ਹਰ ਸ਼ਾਮ ਨੂੰ ਕੋਈ ਨਾ ਕੋਈ ਇਵੈਂਟ ਉੱਥੇ ਕੀਤਾ ਜਾਵੇਗਾ, ਜਿਸ ਵਿੱਚ ਜਿਹੜੇ ਮਸ਼ਹੂਰ ਸੂਫੀ ਗਾਇਕ ਹੈ ਉਹ ਇਹਦੇ ਵਿੱਚ ਭਾਗ ਲੈਣਗੇ, ਇਹਦੇ ਵਿੱਚ ਆ ਕੇ ਲੋਕਾਂ ਦਾ ਮਨੋਰੰਜਨ ਕਰਨਗੇ। ਇਸ ਵਾਰ ਇੱਕ ਕਬੱਡੀ ਟੂਰਨਾਮੈਂਟ ਇੱਥੇ ਬਹੁਤ ਵੱਡਾ ਜਿਹੜਾ ਕਰਵਾਇਆ ਜਾਂਦਾ, ਕਬੱਡੀ ਕੱਪ ਇਹਨੂੰ ਕਹਿ ਲਈਏ ਜਿਹਨੂੰ ਆਪਾਂ, ਉਹ ਵੀ ਐਤਕੀ ਜਿਹੜਾ ਪੰਜਾਬ ਸਰਕਾਰ ਆਪਣੇ ਤੌਰ 'ਤੇ ਮਨਾ ਰਹੀ ਸੁਣਿਆ ਜੀ, ਕਿਉਂਕਿ ਬਾਕੀ ਗੇਮਸ ਤਾਂ ਚੱਲਦੀਆਂ ਹੈ, ਸਾਡਾ ਸਪੋਰਟਸ ਦਾ ਵੀ ਬਹੁਤ ਵੱਡਾ ਇੱਕ ਰੋਲ ਰਹਿੰਦਾ ਹੈ ਕਿ ਸਾਡੇ ਸਾਰੇ ਗੇਮਸ ਹੁੰਦੀਆਂ ਹੈ। ਇਸ ਤੋਂ ਪਹਿਲਾਂ ਹੀ ਜਿਹੜਾ ਖੇਡਾਂ ਵਤਨ ਪੰਜਾਬ ਦੀਆਂ ਦੇ ਅਧੀਨ ਕਾਫੀ ਗੇਮਸ ਹੋ ਗਈਆਂ, ਪਰ ਜਿਹੜਾ ਸਾਡਾ ਇੱਕ ਰੀਤ ਚੱਲੀ ਆ ਰਹੀ ਹੈ ਉਹਦੇ ਅਨੁਸਾਰ ਅਸੀਂ ਫਿਰ ਵੀ ਸਾਰੇ ਹੀ ਪ੍ਰੋਗਰਾਮਸ ਰੱਖੇ ਹੈ ਅਤੇ ਜਿਹੜੀ ਸਾਡੀ ਪੇਂਡੂ ਖੇਡਾਂ ਹੈ ਉਹਨੂੰ ਜ਼ਿਆਦਾ ਪ੍ਰਮੋਟ ਕਰਨ ਦੇ ਲਈ ਜਿਹੜਾ ਕਬੱਡੀ ਕੱਪ ਹੈ ਉਹ ਅਸੀਂ ਇਸ ਵਾਰ ਵੀ ਕਰ ਰਹੇ ਹਾਂ। ਇਸ ਤੋਂ ਇਲਾਵਾ ਜੇਕਰ ਆਪਾਂ ਸੰਗਤ ਦੀ ਗੱਲ ਕਰੀਏ, ਸੰਗਤ ਇੱਥੇ ਪਹੁੰਚੂਗੀ, ਉਹਨਾਂ ਦੀ ਐਂਟਰੈਂਸ ਲਈ ਕਿਸ ਤਰੀਕੇ ਦੇ ਹੋਰ ਪ੍ਰਬੰਧ ਆਈ ਇੱਥੇ? ਅਸੀਂ ਕੋਸ਼ਿਸ਼ ਕੀਤੀ ਹੈਗੀ ਹੈ ਕਿ ਸੰਗਤ ਨੂੰ ਕਿਸੇ ਵੀ ਤਰੀਕੇ ਦੀ ਪਰੇਸ਼ਾਨੀ ਨਾ ਆਵੇ। ਹਰ ਥਾਂ 'ਤੇ ਅਸੀਂ ਜਿਹੜਾ ਹੈ ਮੁਕੰਮਲ ਇੰਤਜ਼ਾਮ ਕਰ ਰਹੇ ਹਾਂ, ਪੁਲਿਸ ਦੇ ਨਾਲ ਮਿਲ ਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸੰਗਤ ਜਿਹੜੀ ਹੈ ਵੱਖਰੀ ਜ਼ਿਲ੍ਹਿਆਂ ਵਿੱਚੋਂ ਆ ਰਹੀ ਹੈ ਜਾਂ ਫਰੀਦਕੋਟ ਜ਼ਿਲ੍ਹੇ ਵਿੱਚੋਂ ਹੈ ਜਾਂ ਪੰਜਾਬ ਤੋਂ ਬਾਹਰ ਵੀ ਜਿਹੜੇ ਵੀ ਲੋਕ ਆ ਰਹੇ ਹੈ, ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਪਰੇਸ਼ਾਨੀ ਨਾ ਆਵੇ ਉਹਦੇ ਵਿੱਚ। ਮੈਡਮ, ਜਿਵੇਂ ਹੁਣ ਪਿਛਲੇ ਦਿਨੀ ਇੱਕ ਮੁਹਾਲੀ ਦੇ ਵਿੱਚ ਜਿਵੇਂ ਮੇਲਾ ਸੀ, ਉੱਥੇ ਝੂਲੇ ਸੀਗੇ, ਕਾਫੀ ਜਿਹੜਾ ਐਕਸੀਡੈਂਟ ਹੋਇਆ ਸੀਗਾ, ਉਸ ਨੂੰ ਲੈ ਕੇ ਝੂਲੇ ਵੀ ਇੱਥੇ ਲਗਾਏ ਜਾਣਗੇ, ਉਸ ਦੇ ਕੋਈ ਵੱਖਰੇ ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿਸ ਤਰੀਕੇ ਦੀ?
ਇਸ ਵਿੱਚ ਅਸੀਂ ਇੱਕ ਕਮੇਟੀ ਬਣਾਈ ਸੀਗੀ, ਜਿਸ ਕਮੇਟੀ ਦਾ ਬੇਸਿਕ ਕੰਮ ਹੈ ਕਿ ਉਹ ਸੇਫਟੀ ਸਾਰੇ ਪੈਰਾਮੀਟਰਸ ਹੈ ਉਹਨਾਂ ਨੂੰ ਇਨਸ਼ੋਰ ਕਰ ਲੈਣ। ਉਸ ਤੋਂ ਇਲਾਵਾ ਜਿਹੜਾ ਇਹ ਏਜੰਸੀ ਹੈ ਜਿਹੜੇ ਕਿ ਝੂਲੇ ਲਗਾਉਣਗੇ ਉਹਨਾਂ ਨੂੰ ਵੀ ਸਪੈਸੀਫਿਕ ਇੰਸਟਰਕਸ਼ਨਸ ਇਸ਼ੂ ਕੀਤੀਆਂ ਸੀ ਕਿ ਉਹ ਸੇਫਟੀ ਸਰਟੀਫਿਕੇਟ ਲੈ ਕੇ ਦੇਣਗੇ। ਉਸ ਤੋਂ ਬਾਅਦ ਹੀ ਜਿਹੜੀ ਹੈ ਉਹਨਾਂ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ ਝੂਲੇ ਲਗਾਉਣ ਦੀ। ਅਤੇ ਉਹਦੇ ਵਿੱਚ ਅਸੀਂ ਕੋਸ਼ਿਸ਼ ਇਹ ਰੱਖਾਂਗੇ ਕਿ ਕੋਈ ਵੀ ਜਿਹੜੇ ਝੂਲੇ ਹੈ ਜਿਹੜੇ ਖਤਰਨਾਕ ਹੋ ਸਕਦੇ ਆ ਜਾਂ ਪ੍ਰੋਬਲਮ ਕ੍ਰੀਏਟ ਕਰ ਸਕਦੇ ਆ, ਉਹ ਝੂਲਿਆਂ ਨੂੰ ਅਸੀਂ ਲਗਾਉਣ ਤੋਂ ਥੋੜ੍ਹਾ ਜਿਹਾ ਗੁਰੇਜ਼ ਕਰਾਂਗੇ। ਤਾਂ ਜੇ ਲਗਾਏ ਵੀ ਜਾਂਦੇ ਹੈ ਤਾਂ ਪ੍ਰੋਪਰ ਜਿਹੜਾ ਸੇਫਟੀ ਸਰਟੀਫਿਕੇਟ ਡਿਪਾਰਟਮੈਂਟ ਵੱਲੋਂ ਕੰਸਰਨ ਮਹਿਕਮੇ ਵੱਲੋਂ ਦਿੱਤਾ ਜਾਏਗਾ, ਪਲੱਸ ਜਿਹੜੀ ਸਾਡੀ ਕਮੇਟੀ ਹੈ ਉਹ ਉਹਨੂੰ ਵੈਰੀਫਾਈ ਕਰਨ ਉਪਰੰਤ ਹੀ ਜਿਹੜਾ ਹੈ ਝੂਲੇ ਇੱਥੇ ਲਗਾਏ ਜਾਣਗੇ। ਮੈਡਮ ਇਹ ਵੀ ਦੇਖਣ ਨੂੰ ਮਿਲਿਆ ਕਿ ਆਰਮੀ ਦੀ ਵੀ ਜਿਹੜੀ ਵੱਡੀ ਕੋਈ ਪ੍ਰਦਰਸ਼ਨੀ ਲੱਗਣ ਜਾ ਰਹੀ ਹੈ, ਉਹ ਵੀ ਲੋਕਾਂ ਨੂੰ ਦੇਖਣ ਨੂੰ ਮਿਲੇਗਾ, ਵੱਖਰਾ ਰੂਪ ਹੋਊਗਾ ਜੀ। ਉਹ ਅਸੀਂ ਇੱਕ ਕਿਉਂਕਿ ਆਪਣੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ BSF ਅਤੇ ਆਰਮੀ ਦੀ ਆਰਟਿਲਰੀ ਰੈਜੀਮੈਂਟ ਹੈ, ਅਤੇ ਸਾਡੀ ਕੋਸ਼ਿਸ਼ ਇਹ ਰਹੀ ਕਿ ਕਿਉਂਕਿ ਆਰਟਿਲਰੀ ਰੈਜੀਮੈਂਟ ਸਾਡੇ ਆਪਣੇ ਹੀ ਜ਼ਿਲ੍ਹੇ ਵਿੱਚ ਹੈ, ਤਾਂ ਸਾਨੂੰ ਇਹ ਸੀ ਕਿ ਜਿਹੜੇ ਲੋਕ ਹੈ ਉਹਨਾਂ ਨੂੰ ਪਤਾ ਚੱਲੇ ਕਿ ਕਿਹੜੇ ਕਿਹੜੇ ਵੈਪਨਸ ਆਰਮੀ ਅਤੇ BSF ਵਾਲੇ ਯੂਜ਼ ਕਰਦੇ ਹੈ, ਕਿਹੜਾ ਤਰੀਕਾ ਹੈ ਆਰਮੀ ਅਤੇ BSF ਵਿੱਚ ਜਾਣ ਦਾ, ਤਾਂ ਉਹਦੀ ਵੀ ਅਵੇਅਰਨੈਸ ਦੀ ਵੀ ਐਕਟੀਵਿਟੀ ਹੋਏਗੀ, ਪਲੱਸ ਜੋ ਵੀ ਉਹ ਵੈਪਨਸ ਯੂਜ਼ ਕਰਦੇ ਹੈ ਉਹ ਸਾਰਿਆਂ ਦਾ ਉੱਥੇ ਡਿਸਪਲੇ ਵੀ ਕੀਤਾ ਜਾਏਗਾ। ਲੋਕਾਂ ਨੂੰ ਕੋਈ ਲਾਸਟ ਦੇ ਵਿੱਚ ਕੋਈ ਅਪੀਲ ਜੀ, ਕਿਸ ਤਰੀਕੇ ਦੇ ਨਾਲ ਕਦੋਂ ਸ਼ੁਰੂਆਤ ਕਰਨ, ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਹੋਊਗਾ, ਕਿਸ ਤਰੀਕੇ ਦੇ ਨਾਲ ਆਉਣ, ਕਿਹੜੇ ਕਿਹੜੇ ਟਾਈਮ ਆ, ਉਹਨੂੰ ਕੋਈ ਅਪੀਲ ਕੋਈ? ਪ੍ਰੋਗਰਾਮ ਜਿਹੜੇ ਹੈ ਉਹ 19 ਤੋਂ ਲੈ ਕੇ ਸ਼ੁਰੂ ਹੋ ਜਾਣਗੇ, 28 ਤਰੀਕ ਤੱਕ ਪ੍ਰੋਗਰਾਮ ਚੱਲਣਗੇ। ਲੋਕਾਂ ਨੂੰ ਸਾਰਿਆਂ ਨੂੰ ਮੇਰੀਆਂ ਦੋ ਅਪੀਲ ਹੈ। ਪਹਿਲੀ ਇਹ ਕਿ ਅਸੀਂ ਇਹ ਜਿਹੜਾ ਪ੍ਰੋਗਰਾਮ ਹੈ ਇਹ ਇੱਕ ਬੜਾ ਇਹ ਸੋਚ ਕੇ ਕਰਨਾ ਹੈ ਕਿ ਇਹਦੇ ਵਿੱਚ ਜਿਹੜਾ ਵਾਤਾਵਰਣ ਹੈ ਉਹਦਾ ਕਿਸੇ ਵੀ ਤਰੀਕੇ ਨਾਲ ਨੁਕਸਾਨ ਨਾ ਹੋਵੇ। ਹੁੰਦਾ ਕੀ ਹੈ ਕਿ ਲੋਕੀ ਲੰਗਰ ਲਗਾ ਜਾਂਦੇ ਆ, ਬਟ ਉਸ ਤੋਂ ਬਾਅਦ ਜਿਹੜੀ ਸਾਫ਼ ਸਫਾਈ ਦਾ ਪਾਰਟ ਹੈ ਉਹਨੂੰ ਅਸੀਂ ਭੁੱਲ ਜਾਂਦੇ ਹਾਂ। ਸੋ ਕੋਸ਼ਿਸ਼ ਇਹ ਕਰਨੀ ਹੈ ਕਿ ਇੱਕ ਤਾਂ ਅਸੀਂ ਸਿੰਗਲ ਯੂਜ਼ ਪਲਾਸਟਿਕ ਨੂੰ ਬਿਲਕੁਲ ਵੀ ਯੂਜ਼ ਨਹੀਂ ਕਰਨਾ ਹੈ, ਅਤੇ ਉਹ ਸਾਰੀ ਜਿਹੜੀਆਂ ਸੰਗਤਾਂ ਨੇ ਆਉਣਾ ਹੈ, ਜਿਨ੍ਹਾਂ ਨੇ ਆ ਕੇ ਲੰਗਰ ਵੀ ਲਗਾਉਣੇ ਹੈ, ਉਹਨਾਂ ਨੂੰ ਮੇਰੀ ਇਹੀ ਦਰਖਾਸਤ ਹੈਗੀ ਹੈ। ਦੂਸਰਾ, ਅਸੀਂ ਇਹ ਕੋਸ਼ਿਸ਼ ਕਰਨੀ ਹੈ ਕਿ ਜਿਹੜੇ ਲੋਕ ਜ਼ਰੂਰਤਮੰਦ ਹੈ, ਜਿਨ੍ਹਾਂ ਨੂੰ ਐਕਚੁਅਲੀ ਲੋੜ ਹੈ ਕਿ ਉਹਨਾਂ ਤੱਕ ਖਾਣਾ ਪਹੁੰਚਾਇਆ ਜਾਵੇ, ਅਤੇ ਉਹਨਾਂ ਦੇ ਲਈ ਲੰਗਰ ਜ਼ਰੂਰ ਲਗਾਇਆ ਜਾਵੇ, ਰਾਦਰ ਦੈਨ ਜਿਹੜੇ ਕਿ ਸ਼ਰਧਾਲੂ ਆਉਂਦੇ ਹੈ। ਬਹੁਤ ਸਾਰੀਆਂ ਸਟਾਲਸ ਲੱਗ ਜਾਂਦੀਆਂ ਹੈ, ਇੰਨੀਆਂ ਲੱਗ ਜਾਂਦੀਆਂ ਹੈ ਕਿ ਲੋਕਾਂ ਨੂੰ ਵੀ ਚੋਇਸ ਨਹੀਂ ਮਿਲਦੀ ਕਿਹੜੇ ਲੰਗਰ ਵਾਲੀ ਸਟਾਲ 'ਤੇ ਜਾਈਏ। ਸੋ ਕੋਸ਼ਿਸ਼ ਇਹ ਰੱਖਣ ਕਿ ਜਿਹੜੀ ਸਟਾਲਸ ਜਿਹੜੀਆਂ ਹੈ ਸਪੈਸੀਫਿਕਲੀ ਉਹਨਾਂ ਏਰੀਆਜ਼ ਵਿੱਚ ਲਾ ਲੈਣ ਜਿੱਥੇ ਸਾਨੂੰ ਪਤਾ ਹੈ ਕਿ ਗਰੀਬ ਤਬਕਾ ਹੈ, ਜਿਨ੍ਹਾਂ ਦਾ ਇੱਕ ਦਿਨ ਦਾ ਜਿਹੜਾ ਮੀਲ ਹੈ ਉਹ ਵੀ ਉਹਨਾਂ ਦੇ ਲਈ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਅਤੇ ਦੂਸਰਾ, ਇਹਦੇ ਵਿੱਚ ਜਿਹੜਾ ਅਸੀਂ ਬਾਕੀ ਦਿਨਾਂ ਦੇ ਵਿੱਚ ਇਵੈਂਟਸ ਰੱਖ ਰਹੇ ਹਾਂ, ਉਹਦੇ ਵਿੱਚ ਮੈਂ ਇਹ ਰਿਕੁਐਸਟ ਸਾਰਿਆਂ ਨੂੰ ਕਰਾਂਗੀ ਕਿ ਉਹਦੇ ਵਿੱਚ ਬਹੁਤ ਸਾਰੀਆਂ ਐਕਟੀਵਿਟੀਜ਼ ਇਸ ਤਰ੍ਹਾਂ ਦੀਆਂ ਹੈ ਜਿਨ੍ਹਾਂ ਵਿੱਚ ਭਾਗ ਲੈਣਾ ਹੈ। ਸੋ ਕਾਫੀ ਇਸ ਤਰ੍ਹਾਂ ਦੇ ਕੰਪੀਟੀਸ਼ਨਸ ਕਰਾ ਰਹੇ ਹਾਂ। ਸੋ ਬੱਚਿਆਂ ਤੋਂ ਲੈ ਕੇ ਅਡਲਟਸ ਤੱਕ ਅਸੀਂ ਬਹੁਤ ਸਾਰੀਆਂ ਰੇਂਜ ਰੱਖੀ ਹੋਈ ਹੈ, ਉਹਦੇ ਵਿੱਚ ਵੱਧ ਤੋਂ ਵੱਧ ਪਾਰਟਿਸਿਪੇਟ ਕਰਨ, ਅਤੇ ਸਾਨੂੰ ਇਹ ਪੀਸਫੁਲ ਤਰੀਕੇ ਦੇ ਨਾਲ ਇਹ ਪ੍ਰੋਗਰਾਮ ਕਰਨ ਦੇ ਵਿੱਚ ਪਬਲਿਕ ਦੀ ਬਹੁਤ ਜ਼ਿਆਦਾ ਕੋਆਪਰੇਸ਼ਨ ਦੀ ਲੋੜ ਹੈ। ਕਿਸੇ ਵੀ ਤਰੀਕੇ ਦਾ ਸਹਿਯੋਗ ਚਾਹੀਦਾ ਹੈ, ਸਾਡਾ ਉੱਥੇ ਕੰਟਰੋਲ ਰੂਮ ਹੋਏਗਾ, ਪਰ ਉਸ ਤੋਂ ਇਲਾਵਾ ਕੋਸ਼ਿਸ਼ ਇਹ ਰੱਖਣੀ ਹੈ ਕਿ ਅਸੀਂ ਜਿਹੜੀ ਉਹਦੀ ਇੱਕ ਡੈਕੋਰਮ ਹੈਗਾ ਹੈ ਪ੍ਰੋਗਰਾਮ ਦਾ, ਉਹਨੂੰ ਅਸੀਂ ਜਿਹੜੀ ਸ਼ਾਲੀਨਤਾ ਹੈ ਉਹਨੂੰ ਅਸੀਂ ਜਿਹੜੇ ਪੂਰੇ 10 ਦੇ 10 ਦਿਨ ਹੈਗਾ ਉਹਨੂੰ ਮੇਨਟੇਨ ਕਰੀਏ। ਅੱਜ 13 ਤਰੀਕ ਹੋ ਗਈ ਜੀ, 5 ਦਿਨ ਬਾਕੀ ਰਹਿ ਗਏ, ਤਿਆਰੀਆਂ ਪੂਰੀਆਂ ਫਿਰ ਕੰਪਲੀਟ? ਜੀ ਬਿਲਕੁਲ ਪੂਰੀਆਂ ਤਿਆਰੀਆਂ ਨੇ। ਆਲਮੋਸਟ ਡੇਲੀ ਬੇਸਿਸ 'ਤੇ ਅਸੀਂ ਰਿਵਿਊ ਕਰ ਰਹੇ ਹਾਂ, ਤਾਂ ਹੁਣ ਸਾਰਾ ਟਾਈਮ ਜਿਹੜਾ ਹੈ ਉਹਦੇ ਵਿੱਚ ਸਿਰਫ ਇਹ ਰਿਵਿਊ ਐਕਟੀਵਿਟੀਜ਼ ਹੀ ਚੱਲ ਰਹੀਆਂ ਹੈ। ਸੋ ਸਾਨੂੰ ਉਮੀਦ ਹੈ ਕਿ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਅਸੀਂ ਬਹੁਤ ਮਿਹਨਤ ਲਗਾਈ ਹੈ, ਬਹੁਤ ਸਾਰੇ ਆਫਿਸਰਸ ਨੇ, ਬਹੁਤ ਸਾਰੇ ਡਿਪਾਰਟਮੈਂਟਸ ਜਿਹੜੇ ਹੈ ਰੈਗੂਲਰ ਕੰਮ ਕਰ ਰਹੇ ਹੈਗੇ ਹੈ, ਅਤੇ ਸਾਡੀਆਂ ਤਿਆਰੀਆਂ ਜਿਹੜੀਆਂ ਹੈ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਟਾਈਮ ਸਿਰ ਪੂਰੀਆਂ ਹੋ ਜਾਣ। ਥੈਂਕ ਯੂ ਵੈਰੀ ਮੱਚ। ਤਾਂ ਇਹ ਸਨ ਡਿਪਟੀ ਕਮਿਸ਼ਨਰ ਡਾਕਟਰ ਰੋਹਿਤ ਦੁੱਗ ਜੀ। ਬਾਬਾ ਫਰੀਦ ਜਿਹੜੀਆਂ ਧਾਰਮਿਕ ਸੰਸਥਾਵਾਂ ਉਹਨਾਂ ਦੇ ਆਗੂਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਕਿਸ ਤਰੀਕੇ ਦੇ ਪ੍ਰੋਗਰਾਮ ਰਹਿਣ ਵਾਲੇ ਆ, ਅਤੇ ਨਾਲ ਹੀ ਜਿਹੜਾ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਿਹੜੇ ਧਾਰਮਿਕ ਪ੍ਰੋਗਰਾਮ ਇੱਥੇ ਕਰਵਾਏ ਜਾਣੇ ਆ, ਉਹਨਾਂ ਦੇ ਪ੍ਰੋਗਰਾਮ ਜਿਹੜੇ ਕਿਸ ਤਰੀਕੇ ਦੇ ਰਹਿਣ ਵਾਲੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਦੁਆਰਾ ਖਾਲਸਾ ਦੀਵਾਨ ਫਰੀਦਕੋਟ ਤੋਂ ਰਿਸੀਵਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਮਹਾਨ ਗੁਰਮਤਿ ਸਮਾਗਮ, ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਤੀ 17 ਸਤੰਬਰ ਦਿਨ ਸ਼ਨੀਵਾਰ ਤੋਂ ਆਰੰਭ ਹੋ ਰਹੇ ਹਨ। 17 ਸਤੰਬਰ ਨੂੰ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ, 18 ਸਤੰਬਰ ਨੂੰ ਭਾਈ ਗੁਰਦੇਵ ਸਿੰਘ ਜੀ ਕੋਹਾੜਕਾ ਹਜ਼ੂਰ ਰਾਗੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ, 21 ਸਤੰਬਰ ਨੂੰ ਅਮਰ ਸੰਚਾਰ ਜੋ ਕਿ ਗੁਰਦੁਆਰਾ ਸਾਹਿਬ ਵਿਖੇ ਸਵੇਰੇ 10 ਵਜੇ ਹੋ ਰਿਹਾ ਹੈ, ਜਿਸ ਵਿੱਚ ਸੰਗਤ ਅੰਮ੍ਰਿਤ ਛਕਣ ਵਾਲੀ ਸੰਗਤਾਂ ਨੂੰ ਕਕਾਰ ਫਰੀ ਦਿੱਤੇ ਜਾਣਗੇ, ਅਤੇ ਸਮਾਪਤੀ ਸਮਾਰੋਹ 23 ਸਤੰਬਰ
ਨੂੰ ਹੋਵੇਗਾ, ਦਿਨ ਸ਼ੁੱਕਰਵਾਰ ਨੂੰ ਹੋਵੇਗਾ, ਜਿਸ ਵਿੱਚ ਸਿੱਖ ਪੰਥ ਦੇ ਮਹਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੋ ਕਿ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਅਤੇ ਪੰਥ ਦੇ ਮਹਾਨ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਲੁਧਿਆਣੇ ਵਾਲੇ, ਉਹ ਵੀ ਵਿਸ਼ੇਸ਼ ਤੌਰ 'ਤੇ ਉਸ ਦਿਨ ਪਹੁੰਚ ਰਹੇ ਹਨ। ਇਸ ਤੋਂ ਇਲਾਵਾ 23 ਸਤੰਬਰ ਨੂੰ ਸਮਾਪਤੀ ਉਪਰੰਤ ਆਤਿਸ਼ਬਾਜ਼ੀ ਦਾ ਨਜ਼ਾਰਾ ਵੀ ਦੇਖਣਯੋਗ ਹੋਵੇਗਾ। ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਸਮਾਗਮਾਂ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਾਰੇ ਪ੍ਰੋਗਰਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਡੇ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਜੀ ਦਾ ਅਤੇ ਪੂਰੀ ਕਮੇਟੀ ਦਾ ਬਹੁਤ ਜ਼ਿਆਦਾ ਸਹਿਯੋਗ ਹੈ। ਇਹ ਸਾਰਾ ਸਹਿਯੋਗ ਦੇ ਨਾਲ ਉਹਨਾਂ ਨਾਲ ਸਮਾਗਮ ਹੋ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਬਾਬਾ ਸ਼ੇਖ ਫਰੀਦ ਆਗਮਨ ਪੁਰਬ 2022 ਤੇ ਜਿਹੜਾ ਦੋਵੇਂ ਧਾਰਮਿਕ ਅਸਥਾਨ ਟਿੱਲਾ ਬਾਬਾ ਸ਼ੇਖ ਫਰੀਦ ਜੀ ਤੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਜਿਹੜਾ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਨੇ, ਉਸੇ ਲੜੀ ਤਰ੍ਹਾਂ ਜਿਵੇਂ ਪਹਿਲਾਂ ਚੱਲਦਾ ਸੀ 19 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਦੋਵਾਂ ਸਥਾਨਾਂ ਤੇ ਜਿਹੜੇ ਸਮਾਗਮ ਹੋਣਗੇ। 19 ਸਤੰਬਰ ਨੂੰ ਹਮੇਸ਼ਾ ਦੀ ਤਰ੍ਹਾਂ ਸਾਡੇ ਬਜ਼ੁਰਗਾਂ ਵੱਲੋਂ ਜੋ ਪਰੰਪਰਾ ਚਲਾਈ ਗਈ ਹੈ, ਉਹਦੇ ਤਹਿਤ 19 ਸਤੰਬਰ ਨੂੰ ਸਵੇਰੇ ਪਾਠ ਸ਼੍ਰੀ ਸੁਖਮਨੀ ਸਾਹਿਬ ਉਹਦਾ ਆਰੰਭ ਹੋਊਗਾ ਸਵੇਰੇ 6:30 ਵਜੇ ਟਿੱਲਾ ਬਾਬਾ ਸ਼ੇਖ ਫਰੀਦ ਜੀ ਵਿਖੇ ਜੋ ਸ਼ਹਿਰ ਵਾਲਾ ਸਥਾਨ ਹੈ। ਅਤੇ ਉਸ ਤੋਂ ਬਾਅਦ 19 ਤਰੀਕ ਤੋਂ ਲੜੀਵਾਰ ਪ੍ਰੋਗਰਾਮ 19 ਸ਼ਾਮ ਨੂੰ ਟਿੱਲਾ ਬਾਬਾ ਫਰੀਦ ਜੀ ਵਿਖੇ ਧਾਰਮਿਕ ਦੀਵਾਨ ਸਜਾਏ ਜਾਣਗੇ 7 ਵਜੇ ਤੋਂ ਲੈ ਕੇ 9:30 ਵਜੇ ਤੱਕ, ਜਿਹਦੇ ਵਿੱਚ ਪੰਥ ਦੇ ਮਹਾਨ ਜਿਹੜੇ ਕਥਾਵਾਚਕ ਤੇ ਜਿਹੜੇ ਹੈਗੇ ਆ ਕੀਰਤਨੀਏ ਆ ਰਹੇ, ਜਿਨ੍ਹਾਂ ਵਿੱਚ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਅਤੇ ਭਾਈ ਕੁਲਦੀਪ ਸਿੰਘ ਜੀ ਜਿਹੜੇ 19 ਤਰੀਕ ਨੂੰ ਸ਼ਾਮ ਨੂੰ ਟਿੱਲਾ ਬਾਬਾ ਫਰੀਦ ਵਿਖੇ ਹਾਜ਼ਰੀ ਭਰਨਗੇ। ਅਤੇ ਇਸੇ ਤਰ੍ਹਾਂ 20 ਤਰੀਕ ਨੂੰ ਸ਼ਾਮ ਨੂੰ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਅਤੇ ਨਾਲ ਭਾਈ ਸ਼ੌਕੀਨ ਸਿੰਘ ਜੀ ਉਹ ਟਿੱਲਾ ਬਾਬਾ ਫਰੀਦ ਜੀ ਵਿਖੇ ਸ਼ਾਮ ਨੂੰ ਹਾਜ਼ਰੀ ਭਰਨਗੇ। ਅਤੇ ਇਸ ਤੋਂ ਬਾਅਦ ਗੁਰਦੁਆਰਾ ਗੋਦੜੀ ਸਾਹਿਬ ਜੋ ਕੋਟਕਪੂਰਾ ਰੋਡ ਉੱਤੇ ਸਥਿਤ ਹੈ, ਬਾਬਾ ਫਰੀਦ ਜੀ ਦਾ ਸਥਾਨ ਹੈ, ਉਸ ਉੱਪਰ ਜਿਹੜਾ 21 ਤਰੀਕ ਨੂੰ ਜਿਹੜਾ ਹੈਗਾ ਸ਼ਾਮ ਨੂੰ ਭਾਈ ਗੁਰਪ੍ਰੀਤ ਸਿੰਘ ਜੀ ਫਰੀਦਕੋਟ ਵਾਲੇ ਅਤੇ ਸਿੰਘ ਸਾਹਿਬ ਗਿਆਨੀ ਰਜਿੰਦਰ ਸਿੰਘ ਜੀ ਉਹਨਾਂ ਵੱਲੋਂ ਕਥਾ ਅਤੇ ਕੀਰਤਨ ਕੀਤਾ ਜਾਵੇਗਾ। ਅਤੇ 22 ਤਰੀਕ ਨੂੰ ਜਿਹੜੇ ਬਹੁਤ ਮਹਾਨ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਉਹ ਕੀਰਤਨ ਕਰਨਗੇ ਅਤੇ ਉਹਨਾਂ ਦੇ ਸਹਿਯੋਗ ਹੋਣਗੇ ਭਾਈ ਮਹਿਤਾਬ ਸਿੰਘ ਜੀ ਜਲੰਧਰ ਵਾਲੇ। ਅਤੇ ਇਸੇ ਤਰ੍ਹਾਂ ਪਾਠ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ 23 ਤਰੀਕ ਨੂੰ ਸਵੇਰੇ 9 ਵਜੇ ਹੋਵੇਗੀ ਟਿੱਲਾ ਬਾਬਾ ਫਰੀਦ ਵਿਖੇ। ਬਹੁਤ ਵੱਡਾ ਉਤਸ਼ਾਹ ਹੈ ਜੀ ਲੋਕਾਂ ਦੇ ਵਿੱਚ ਬਾਬਾ ਫਰੀਦ ਜੀ ਪ੍ਰਤੀ, ਨਗਰ ਦੇ ਵਿੱਚ ਅਤੇ ਨਗਰ ਤੋਂ ਬਾਹਰ ਸਾਰੇ ਪੰਜਾਬ ਦੇ ਵਿੱਚ ਬਹੁਤ ਸਨੇਹ ਅਤੇ ਪਿਆਰ ਭਰਿਆ ਉਹਨਾਂ ਦਾ ਸੁਨੇਹਾ ਹੈ, ਕਿਉਂਕਿ ਮਿੱਠਤ ਬੋਲੀ ਬਾਬੇ ਨਾਨਕ ਦੀ ਅਤੇ ਜੀ ਦੇ ਬਾਬਾ ਫਰੀਦ ਜੀ ਦੇ ਸ਼ਲੋਕ ਵੀ ਬੜੇ ਜਿਹੜਾ ਹੈਗਾ ਮਾਂ ਬੋਲੀ ਪੰਜਾਬੀ ਦੇ ਵਿੱਚ ਉਸ ਨੂੰ ਲੈ ਕੇ ਹੈ। ਸੋ ਬਹੁਤ ਵੱਡਾ ਉਤਸ਼ਾਹ ਹੈ ਅਤੇ ਸੰਗਤਾਂ ਨੂੰ ਹੁਮ-ਹੁਮਾ ਕੇ ਇਹਨਾਂ ਸਮਾਗਮਾਂ 'ਤੇ ਅਤੇ ਬਾਬਾ ਫਰੀਦ ਜੀ ਦੇ ਆਗਮਨ ਪੁਰਬ 'ਤੇ ਅਤੇ 23 ਸਤੰਬਰ ਵਾਲੇ ਨਗਰ ਕੀਰਤਨ 'ਤੇ ਜੋ ਟਿੱਲਾ ਬਾਬਾ ਫਰੀਦ ਜੀ ਤੋਂ ਗੁਰਦੁਆਰਾ ਗੋਦੜੀ ਸਾਹਿਬ ਤੱਕ ਕੱਢਿਆ ਜਾਵੇਗਾ, ਉੱਥੇ ਪਹੁੰਚਣ ਦੀ ਨਿਮਰਤਾ ਸਹਿਤ, ਸਤਿਕਾਰ ਸਹਿਤ ਪ੍ਰਬੰਧਕ ਕਮੇਟੀ ਵੱਲੋਂ, ਦਾਸ ਵੱਲੋਂ ਅਤੇ ਸੰਸਥਾਵਾਂ ਦੇ ਮੁੱਖ ਸੇਵਾਦਾਰ ਉਹਨਾਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ। ਗੁਰਜੀਤ ਸਿੰਘ ਰਮਾਣਾ, D5 ਚੈਨਲ ਪੰਜਾਬੀ, ਫਰੀਦਕੋਟ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।